ਉਹ ਸਾਨੂੰ ਮਾਰਨਾ ਚਾਹੁੰਦੇ ਨੇ। ਇਹ ਪੱਕੀ ਗੱਲ ਹੈ, ਸਾਡੇ ਮਗਰ ਪਿਸਤੌਲ ਲੈ ਕੇ ਲੱਗਦੇ ਨੇ। ਤੇ ਭਤੀਜਿਆਂ ਨੂੰ ਪਿੱਛੇ ਲਾਜਦਾ ਮਤਲਬ ਆਪਣੇ ਪੁੱਤਰਾਂ ਨੂੰ। ਹਾਂਜੀ, ਉਹ ਬਦਮਾਸ਼ ਬਣ ਗਏ ਸਾਡੇ ਵਾਸਤੇ। ਸਾਨੂੰ ਹੱਕ, ਸਾਡਾ ਹੱਕ ਜੋ ਬਣਦਾ ਸਾਨੂੰ ਦੇ ਦੇ। ਉਹਨਾਂ ਸਾਨੂੰ ਛੱਡ ਦਿੱਤਾ। ਉਹ ਆਂਦੇ ਸਾਡੀਆਂ ਭੈਣਾਂ ਹੀ नहीं ਹੈਗੀਆਂ। 1 ਕਰੋੜ ਪੁਲਿਸ ਵਾਲਿਆਂ ਨੂੰ ਦੇ ਕੇ ਸਾਨੂੰ मार भी सकते हैं। अस्सलाम वालेकुम नाज़रीन, मैं हूँ आपका मेज़बान उमर बलोच और आप देख रहे हैं उर्दू वायरल। नाज़रीन, आपने सुना होगा कि कुछ ऐसे सफाक भाई होते हैं जो अपनी बहनों को हिस्से नहीं देते विरासत में से, जबकि ये अल्लाह का कानून है और अल्लाह के नबी का कानून है कि अपनी बहनों को विरासत में हिस्सा दो। और जो इस तरह की मुनाफी करते हैं, इस हुक्म की अदोली करते हैं, वो शायद इंसान कहलाने के लायक ही नहीं है। मेरे साथ 2 हमारी माएँ मौजूद हैं। इनके भाइयों की भी यही कहानी है, इनको हिस्सा देने से बिल्कुल इनकारी हैं, उल्टा जान से मारने की धमकियाँ देते हैं। इनसे बात करेंगे, इनसे जानेंगे इनकी कहानी। अस्सलाम वालेकुम जी, ਸਾਡੇ ਜਿਹੜੇ ਭਾਈ ਨੇ ਨਾ, ਉਹ ਸਾਨੂੰ ਕੁਝ ਨਹੀਂ ਦੇਣਾ ਚਾਹੁੰਦੇ। ਉਹ ਸਾਨੂੰ ਮਾਰਨਾ ਚਾਹੁੰਦੇ ਨੇ। ਕਿਉਂ ਨਾ ਸਾਨੂੰ ਮਾਰ ਦੇਣਾ ਹੈ, ਇਹ ਪੱਕੀ ਗੱਲ ਹੈ। ਸਾਡੇ ਮਗਰ ਪਿਸਤੌਲ ਲੈ ਕੇ ਲੱਗਦੇ ਨੇ। अच्छा माँ जी, कितनी ज़मीन हैगी टोटल? ਟੋਟਲ ਜ਼ਮੀਨ ਹੈਗੀ 108 ਕਨਾਲ 10 ਮਰਲੇ। 108 ਕਨਾਲ 10 ਮਰਲੇ ਤੇ ਸਾਰੀ ਭੈਣਾਂ ਦੇ ਹਿੱਸੇ 12 ਕਨਾਲ ਤੇ ਕਮ ਸੇ ਕਮ ਆਂਦੀ ਹੋਏਗੀ ਨਾ। 12 ਕਨਾਲ ਸਾਡੇ ਹਿੱਸੇ ਦੀ ਆਂਦੀ ਏ। ਮਾਂ ਜੀ, ਵਜ੍ਹਾ ਕੀ ਹੈ ਤੁਹਾਨੂੰ ਜ਼ਮੀਨ ਦੇਣ ਤੋਂ ਇਨਕਾਰੀ ਕਿਉਂ? ਅਦਾਲਤ ਵਿੱਚ ਕੇਸ ਚੱਲਦਾ ਪਿਆ। ਇਹ ਨਾ 2 ਨੰਬਰੀ ਕਰਕੇ ਆਪਣੇ ਨਾਂ ਕਰਾਈ ਜਾਂਦੇ ਨੇ। ਸਾਡਾ ਪਿਓ ਦੇ ਗਿਆ। ਸਾਡਾ ਪਿਓ ਵੀ ਉਹੀ ਸੀ। ਸਾਡਾ ਹੱਕ ਬਣਦਾ ਸਾਨੂੰ। ਹੱਕ, ਸਾਡਾ ਹੱਕ ਜੋ ਬਣਦਾ ਸਾਨੂੰ ਦੇ ਦੇ। ਮਾਂ ਜੀ, ਜਿਹੜੇ ਭਰਾ ਹੁੰਦੇ ਨੇ ਉਹ ਤੇ ਭੈਣਾਂ ਦੇ ਸਿਰ ਦੇ ਤਾਜ ਹੁੰਦੇ ਨੇ। ਸਾਡਾ ਜੋ ਮਾਂ ਪਿਓ ਮਰ ਗਿਆ ਅੱਜ ਤੱਕ ਸਾਡੇ ਘਰ ਨਹੀਂ ਕੁੱਗਿਆ। ਸਾਡੇ ਨੇਕੀ ਬਦੀ ਵਿਆਹ ਸ਼ਾਦੀ ਸਾਡੇ ਘਰ ਨਹੀਂ ਜਾਂਦੇ। ਉਹਨਾਂ ਸਾਨੂੰ ਛੱਡ ਦਿੱਤਾ। ਉਹ ਆਂਦੇ ਸਾਡੀਆਂ ਭੈਣਾਂ ਹੀ ਨਹੀਂ ਹੈਗੀਆਂ। ਅਸੀਂ ਰਿਸ਼ਤਾ ਭੈਣਾਂ ਦੇ ਸਿਰ ਤੇ ਹੱਥ ਰੱਖਦੇ ਉਹ ਨੇ। ਆਂਦੇ ਨੇ ਅਸੀਂ ਰਿਸ਼ਤਾ ਖਤਮ ਕਰ ਦਿੱਤਾ। ਮਾਂ ਜੀ, ਤੁਸੀਂ ਕਿਹਾ ਕਿ ਉਹਨਾਂ ਦੇ ਜਿਹੜੇ ਪੁੱਤਰ ਹੈਗੇ ਨੇ ਉਹ ਪਿਸਟਲ ਲੈ ਕੇ ਪਿੱਛੇ ਪਿੱਛੇ ਘੁੰਮਦੇ ਨੇ। ਉਹ ਪਿਸਟਲ ਲਾ ਕੇ ਸਾਡੇ ਪਿੱਛੇ ਪਿੱਛੇ ਘੁੰਮਦੇ ਨੇ। ਉਹਨਾਂ ਸਾਨੂੰ ਮਾਰ ਦੇਣਾ। ਸਾਡੀ ਜਾਨ ਦਾ ਖਤਰਾ ਹੈ। ਹੱਕ ਤੇ ਨਹੀਂ ਦੇ ਰਹੇ, ਉਲਟਾ ਮਾਰਨ ਦੀਆਂ ਧਮਕੀਆਂ ਵੀ। ਮਾਰਨ ਦੀਆਂ ਧਮਕੀਆਂ ਦਿੰਦੇ। ਮਾਂ ਜੀ, ਕੋਈ ਕੇਸ ਵਗੈਰਾ ਕਰਵਾਇਆ? ਕਚਹਿਰੀ ਮੈਂ ਜਾਣੀ ਆ। ਕੇਸ ਚੱਲਦਾ ਪਿਆ ਸਾਡਾ। ਕਿ ਬਾਕੀ ਮੇਰੇ ਪਿੱਛੇ 2 ਵਾਰ ਲੱਗੇ ਨੇ। ਮੈਂ ਦਰਖਾਸਤ ਵੀ ਦਿੱਤੀ ਹੈ ਜਾ ਕੇ ਥਾਣੇ। ਮੇਰੀ ਕੋਈ ਨਹੀਂ ਸੁਣੀਚੀ ਹੈਗੀ। ਇਹ ਮੇਰੇ ਸੇ ਕੋਈ ਸਾਡੀ ਨਹੀਂ ਪੁਲਿਸ ਸੁਣਦੀ। ਅਸੀਂ ਜਾਣਦੇ ਹਾਂ ਬੰਦ ਕਰਾਂਗੇ, ਉਹਨਾਂ ਨੂੰ ਮਸ਼ੀਨਰੀ ਲੱਗੀ ਉਹ ਫਿਰ ਚਲਾ ਲੈਂਦੇ ਨੇ। ਮਾਂ ਜੀ, ਭਤੀਜੇ ਜਿਹੜੇ ਹੁੰਦੇ ਨੇ, ਮਤਲਬ ਤੁਸੀਂ ਉਹਨਾਂ ਦੇ ਫੁੱਫੋ ਹੈਗੇ ਹੋ, ਤੇ ਭਤੀਜਿਆਂ ਨੂੰ ਪਿੱਛੇ ਲਾਜਦਾ ਮਤਲਬ ਆਪਣੇ ਪੁੱਤਰਾਂ ਨੂੰ। ਹਾਂਜੀ, ਉਹ ਬਦਮਾਸ਼ ਬਣ ਗਿਆ ਸਾਡੇ ਵਾਸਤੇ। ਤੇ ਭਰਾਵਾਂ ਨੂੰ ਸ਼ਰਮ ਨਹੀਂ ਹੈ ਕਿ ਆਪਣੀਆਂ ਭੈਣਾਂ ਜਿਹੜੀਆਂ ਉਸ ਉਮਰ ਦੇ ਹਿੱਸੇ 'ਚ ਹੈਗੀਆਂ ਕਿ ਸਾਡੀਆਂ ਮਾਵਾਂ ਹੈਗੀਆਂ ਨੇ, ਤੇ ਉਹਨਾਂ ਦੇ ਪਿੱਛੇ ਪੁੱਤਰਾਂ ਨੂੰ ਲਾਜਦਾ। ਉਹ ਛੋਟਾ ਬਾਂਸ ਦਾ ਛੋਟਾ ਲਾ ਕੇ ਮੈਨੂੰ ਉਹਨੇ ਮਾਰਿਆ। ਉਧਰ ਮੇਰੇ ਭਰਾ ਨੇ। ਸਾਰੀ ਦੁਨੀਆ ਵੇਂਦੀ ਪਈ ਸੀ ਜਿੱਦਣ ਕਬਜ਼ਾ ਲੈਣ ਉਹ ਆਏ ਨੇ। ਅੱਛਾ ਮਾਂ ਜੀ, ਜ਼ਮੀਨ ਇੰਨੀ ਜ਼ਿਆਦਾ ਕੋਈ ਨਹੀਂ ਹੈਗੀ, 12-13 ਕਨਾਲਾਂ ਦੀ ਗੱਲ ਹੈ, ਲੇਕਿਨ ਹੱਕ ਤੇ ਜ਼ਾਹਿਰ ਹੈਗਾ, ਅੱਲਾ ਦਾ ਫਰਮਾਨ ਹੈਗਾ। ਇਹ ਵੇਖੋ ਹੁਣ ਕਰੋੜਾਂ ਦੀ ਹੈ ਨਾ। ਹੁਣ ਉਹ ਕਰੋੜਾਂ ਦੀ ਏ। 10-12 ਕਰੋੜ 15 ਕਰੋੜ ਦੀ ਏ। ਹੁਣ ਉਹ ਕਰੋੜਾਂ 'ਚ 1 ਕਰੋੜ ਪੁਲਿਸ ਵਾਲਿਆਂ ਨੂੰ ਦੇ ਕੇ ਸਾਨੂੰ ਮਾਰ ਵੀ ਸਕਦੇ ਨੇ। ਮਤਲਬ ਕਿ ਉਹ ਬਿਲਕੁਲ ਅੰਨੇ ਹੋ ਚੁੱਕੇ ਨੇ, ਜ਼ਮੀਨ ਤੇ ਪੈਸੇ ਦੀ ਹਵਸ ਵਿੱਚ ਇੰਨੇ ਅੰਨੇ ਹੋ ਚੁੱਕੇ ਨੇ, ਆਪਣੀਆਂ ਭੈਣਾਂ ਤੇ ਮਾਵਾਂ ਨੂੰ ਹੀ ਨਹੀਂ ਵੇਖ ਰਹੇ। ਨਹੀਂ ਵੇਖਦਾ। ਤੁਸੀਂ ਉਹਨਾਂ ਨੂੰ ਪਾਲਿਆ ਹੋਏਗਾ, ਭਰਾ ਹੁੰਦੇ ਨੇ ਨਾ, ਪੁੱਤਰਾਂ ਵਰਗੇ ਹੀ ਹੁੰਦੇ ਨੇ। ਇੱਕ ਛੋਟਾ ਸਾਡੇ ਸਾਰੀਆਂ ਭੈਣਾਂ ਤੋਂ ਛੋਟਾ ਏ। ਉਹਨੇ ਆਪਣਾ ਮਜ਼ਹਬ ਵੀ ਬਦਲ ਲਿਆ ਏ। ਉਹਨੇ ਤਾਂ ਆਪਣਾ ਮਜ਼ਹਬ ਬਦਲ ਲਿਆ ਹੈ। ਅੱਛਾ ਮਾਂ ਜੀ, ਜਦੋਂ ਇਹ ਵਿਰਾਸਤਾਂ ਹੋਈਆਂ ਸੀ, ਜਦੋਂ ਵਾਲਿਦ ਸਾਹਿਬ ਹਯਾਤ ਹੈਗੇ ਸਨ, ਉਹਨਾਂ ਨੇ ਆਪਣੀ ਜ਼ਿੰਦਗੀ ਸਾਰੀਆਂ ਵਿਰਾਸਤਾਂ ਠੀਕ ਕੀਤੀਆਂ ਸੀ? ਸਾਡੇ ਵਾਲਦ ਸਾਹਿਬ ਨੇ ਕਿਸੇ ਦੇ ਨਾਂ ਵਿਰਾਸਤ ਨਹੀਂ ਸੀ ਕੀਤੀ। ਉਹਨਾਂ ਦੇ ਨਾਂ ਹੀ ਸੀ। ਉਹਨਾਂ ਦੇ ਫੌਤ ਹੋਣ ਤੋਂ ਬਾਅਦ ਜੋ ਵਿਰਾਸਤ ਸੀ ਨਾ, ਜਿਹੜਾ ਕਲਰ ਬੰਜਰ ਸੀ, ਉਹ ਨੂਰੇਵਾਲ ਦਾ ਰਕਬਾ ਸੀ, ਉਹ ਨਾ ਸਾਰਾ ਜਿਹੜਾ ਸੀ ਸਾਰਿਆਂ ਦਾ ਨਾਂ ਇੰਤਕਾਲ ਹੋ ਗਿਆ। ਇਹ ਜਿਹੜਾ ਰੂਟ ਦੇ ਉੱਤੇ ਸੀ ਉਹ ਇਹਨਾਂ ਆਪਣੇ ਨਾਂ ਕਰਾ ਲਿਆ। ਉਦੋਂ ਪਟਵਾਰੀ ਨੂੰ ਪੈਸੇ ਦੇ ਕੇ। ਸਾਨੂੰ ਨਾ ਪਤਾ ਸੀ, ਨਾ ਅਸੀਂ ਕੀਤਾ। ਉਹ ਤੇ ਸਾਡੇ ਨਾਲ ਜਦੋਂ ਬਦਤਮੀਜ਼ੀ ਕਰਨ ਲੱਗੇ, 2 ਨੰਬਰੀ ਉਹ ਸਾਡੇ ਨਾਲ ਕਰ ਗਿਆ। ਅੱਛਾ ਮਾਂ ਜੀ, ਪੁਲਿਸ ਕੀ ਕਹਿੰਦੀ ਹੈ? ਤੁਸੀਂ ਕੇਸ ਵਗੈਰਾ ਜਿਹੜਾ ਕਰਵਾਇਆ ਉਹ ਕਿਸ ਹਿਸਾਬ ਨਾਲ ਕੇਸ ਨੂੰ ਲੈ ਕੇ ਚੱਲਦੇ ਪਏ ਨੇ? ਜਿਹੜਾ ਅਸੀਂ ਕੇਸ ਕਰਾਇਆ ਉਹਦਾ ਸਟੇ ਲੱਗਾ ਹੈ। ਉਹ ਮੈਂ ਸਟੇ ਅੱਜ ਪੁਲਿਸ ਵਾਲਿਆਂ ਨੂੰ ਦੇ ਕੇ ਆਈ ਹਾਂ। ਕਾਗਜ਼ ਸਾਰੇ ਉਹਨਾਂ ਨੂੰ ਦਿੱਤੇ ਨੇ। ਤੇ ਬਾਕੀ ਜਿਹੜੀ ਇਹਨਾਂ ਪੁਲਿਸ ਉਹ ਵੀ ਜਿਹੜੀ ਉਹ ਚਲੇ ਜਾਂਦੇ ਨੇ ਤੇ ਉਹ ਫਿਰ ਲੱਗ ਪੈਂਦੇ ਨੇ। ਪੁਲਿਸ ਵੀ ਸਾਡੇ ਨਾਲ ਕੋਈ ਤਾਵਨ ਨਹੀਂ ਕਰਦੀ। ਤਾਵਨ ਨਹੀਂ ਕਰੀ। ਤੁਸੀਂ ਚਾਹੁੰਦੇ ਕਿ ਉਹ ਪੁਲਿਸ ਕੋਲੋਂ, ਆਪਣੇ ਆਲਾ ਹੁਕਾਮ ਕੋਲੋਂ, ਆਵਾਮ ਕੋਲੋਂ ਕੀ ਕਹਿਣਾ ਚਾਹੋਗੇ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵਜ਼ੀਰ ਆਲਾ ਸੇ ਰਿਕੁਐਸਟ ਹੈ ਕਿ ਸਾਡਾ ਹੱਕ ਸਾਨੂੰ ਮਿਲ ਜਾਏ। IG ਪੰਜਾਬ ਨੋਟਿਸ ਲਵੇ, DPO ਸ਼ੇਖਪੁਰਾ ਨੋਟਿਸ ਲਵੇ। ਸਾਡੇ ਨਾਲ ਬਦਤਮੀਜ਼ੀ ਕਰਦੇ, ਸਾਨੂੰ ਮਾਰਦੇ ਕੁੱਟਦੇ ਨੇ। ਕਿ ਨੋਟਿਸ ਲੈਣ, ਸਾਡਾ ਜਿਹੜਾ ਕਬਜ਼ਾ ਡੱਕਿਆ ਜਾਏ, ਸਾਡਾ हक सानू मिल जाए। ठीक है, ये सारी बात थी कि जो अपने भाइयों को, अपने बच्चों को इनके पीछे लगा देते हैं, मतलब अपनी ही फूफो के पीछे लगा देते हैं। पिस्टल लेके जाके इनको डराओ, खुद मारते हैं, इन पे तशद्दुद करते हैं। जब अपना हक मांगने जाती हैं, आगे से गालम गलोच करते हैं और मारने की धमकियाँ देते हैं। और यहाँ पे जो है वो लम्हा फ़िक्रिया ये है कि बड़े हुकाम, DPO शेखुपुरा, SHO, DIG सभी सब किधर हैं? कि दो ये ख़वातीन हैं, इनके साथ जुल्म हो रहा है, इनका हक है। या तो इस्लाम की जो है वो रूह से, शरे के लिहाज से इनका कोई हिस्सा ना बनता हो तो फिर भी बात है,
इनका हिस्सा बनता है यहाँ पे, इनका हक बनता है, इनका कानूनी हक है, इनका शरई हक है, इनको दिलवाया जाए क्योंकि ये रियासत की जिम्मेदारी है। अल्लाह निगहबान।